Hello dear students, welcome to my channel Education Simplified by OCDC. This is Vinod Kumar Garg. ਸੋ ਅਗੇਨ ਇਹ ਵੀਡੀਓ ਹੈ ਉਹਨਾਂ ਸਟੂਡੈਂਟਸ ਦੇ ਲਈ ਜੋ ਟੈਕਨੀਕਲ ਸਪੋਰਟ ਸਰਵਿਸ ਕੈਡਰ ਦੇ ਲਈ ਤਿਆਰੀ ਕਰ ਰਹੇ ਨੇ ਸਬ ਇੰਸਪੈਕਟਰ ਐਗਜ਼ਾਮ ਦੀ, ਅਤੇ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਤਿਆਰੀ ਕਰ ਰਹੇ ਨੇ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਲਈ, ਤਾਂ ਉਹਨਾਂ ਦੇ ਲਈ ਵੀ ਇਹ ਇੱਕ ਤਰ੍ਹਾਂ ਦਾ ਕਾਮਨ ਟੌਪਿਕ ਹੈ ਸੋਸ਼ੀਓਲੋਜੀ। ਤੋਂ ਸੋਸ਼ੀਓਲੋਜੀ ਦੇ ਆਪਾਂ ਵਧੀਆ ਵਧੀਆ ਕੁਐਸਚਨ ਜਿਹੜੇ ਜ਼ਿਆਦਾ ਸੰਭਾਵਨਾ ਵਾਲੇ ਨੇ ਉਹ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖੋ ਅਤੇ ਸੁਣੋ। ਪਹਿਲਾ ਕੁਐਸਚਨ ਹੈ ਸੋਸ਼ਲ ਸਟਰਕਚਰ ਕੈਨ ਬੀ ਡਿਫਾਈਨਡ ਐਜ਼, ਕਿ ਜਿਹੜੀ ਸੋਸ਼ਲ ਸਟਰਕਚਰ ਹੁੰਦੀ, ਸਟਰਕਚਰ ਤੋਂ ਭਾਵ ਹੁੰਦਾ ਬਣਤਰ, ਠੀਕ ਹੈ। ਸੋਸ਼ਲ ਮਤਲਬ ਸਮਾਜਿਕ, ਤਾਂ ਜਿਸ ਵੀ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ ਉਹਦੀ ਇੱਕ ਪ੍ਰੋਪਰ ਬਣਤਰ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਲੋਕ ਉਸ 'ਚ ਰਹਿੰਦੇ ਨੇ, ਕਿਸ ਤਰ੍ਹਾਂ ਦੀ ਸੁਸਾਇਟੀਜ਼ ਨੇ ਉਹਦੇ ਵਿੱਚ, ਹੈ ਨਾ। ਤਾਂ ਉਹਨੂੰ ਆਪਾਂ ਬੋਲਦੇ ਹਾਂ ਸੋਸ਼ਲ ਸਟਰਕਚਰ। ਸੋ ਇਹਦਾ ਆਨਸਰ ਕੀ ਆਏਗਾ? ਐਂਡਿਊਰਿੰਗ ਆਰਡਰਲੀ ਐਂਡ ਪੈਟਰਨਡ ਰਿਲੇਸ਼ਨਸ਼ਿਪ ਬਿਟਵੀਨ ਦਾ ਐਲੀਮੈਂਟਸ ਆਫ ਦਾ ਸੁਸਾਇਟੀ। ਮਤਲਬ ਇੱਕ ਸੁਸਾਇਟੀ ਦੇ ਵਿੱਚ ਕਿੰਨੇ ਐਲੀਮੈਂਟਸ ਨੇ, ਕਿਸ ਤਰ੍ਹਾਂ ਦੇ ਲੋਕ ਨੇ, ਠੀਕ ਹੈ, ਕੀ ਉਹਨਾਂ ਦਾ ਰੋਲ ਹੈ, ਤਾਂ ਉਹਨਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ। ਤਾਂ ਉਹਨਾਂ ਸੰਬੰਧਾਂ ਨੂੰ ਆਪਾਂ ਇੱਕ ਆਰਡਰ ਦੇ ਵਿੱਚ, ਇੱਕ ਪੈਟਰਨ ਦੇ ਵਿੱਚ ਜਦੋਂ ਆਪਾਂ ਲਗਾਉਂਦੇ ਹਾਂ ਤਾਂ ਉਸ ਨੂੰ ਆਪਾਂ ਸੋਸ਼ਲ ਸਟਰਕਚਰ ਬੋਲਦੇ ਹਾਂ, ਯਾਨੀ ਕਿ ਸਮਾਜਿਕ ਬਣਤਰ ਬੋਲਦੇ ਹਾਂ। ਓਕੇ, ਇਸ ਤੋਂ ਇਲਾਵਾ ਆਉਂਦਾ ਕੁਐਸਚਨ ਨੰਬਰ 2, ਸੋਸ਼ੀਓਲੋਜੀ ਇਜ਼ ਦਾ ਸਟੱਡੀ ਆਫ। ਸੋਸ਼ੀਓਲੋਜੀ ਕਾਹਦੀ ਸਟੱਡੀ ਹੈ? ਹਿਊਮਨ ਸੋਸ਼ਲ ਲਾਈਫ ਦੀ ਸਟੱਡੀ ਹੈ, ਜਾਂ ਫਿਰ ਗਰੁੱਪਸ ਦੀ ਸਟੱਡੀ ਹੈ, ਜਾਂ ਫਿਰ ਸੋਸਾਇਟੀ ਦੀ ਸਟੱਡੀ ਹੈ। ਤਾਂ ਆਨਸਰ ਆਏਗਾ ਆਲ ਆਫ ਦੀਜ਼, ਠੀਕ ਹੈ। ਕਿ ਜਿਹੜੀ ਸੋਸ਼ੀਓਲੋਜੀ ਹੈ ਉਹ ਇੱਕ ਇੰਡੀਵਿਜੂਅਲ ਹਿਊਮਨ ਦੀ ਸੋਸ਼ਲ ਲਾਈਫ ਦੀ ਸਟੱਡੀ ਵੀ ਕਰਦੀ ਹੈ, ਗਰੁੱਪ ਦੀ ਸਟੱਡੀ ਵੀ ਕਰਦੀ ਹੈ, ਅਤੇ ਸੋਸਾਇਟੀ ਦੀ ਵੀ ਐਜ਼ ਏ ਹੋਲ ਸਟੱਡੀ ਕਰਦੀ ਹੈ। ਤੀਸਰਾ ਕੁਐਸਚਨ ਹੈ ਚੂਜ਼ ਦਾ ਕਰੈਕਟ ਸਟੇਟਮੈਂਟ। ਸੋਸ਼ਲ ਸਟਰਕਚਰ ਇਜ਼ ਐਨ ਐਬਸਟਰੈਕਟ। ਐਬਸਟਰੈਕਟ ਤੋਂ ਭਾਵ ਹੁੰਦਾ ਹੈ ਕਿ ਜੋ ਰੀਅਲ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ, ਉਹ ਸਿਰਫ ਇੱਕ ਉਹਨੂੰ ਮੰਨਿਆ ਹੋਇਆ, ਇੱਕ ਅਜ਼ਿਊਮ ਕੀਤਾ ਹੋਇਆ ਹੈ ਨਾ, ਕਨਸੈਪਟ ਹੈ ਇੱਕ। ਤਾਂ ਸੋਸ਼ਲ ਸਟਰਕਚਰ ਕੀ ਹੈ? ਇੱਕ ਐਬਸਟਰੈਕਟ ਹੈ ਅਤੇ ਇਨਟੈਂਜੀਬਲ ਹੈ। ਇਨਟੈਂਜੀਬਲ ਮਤਲਬ ਆਪਾਂ ਉਹਨੂੰ ਟੱਚ ਨਹੀਂ ਕਰ ਸਕਦੇ, ਆਪਾਂ ਨੂੰ ਛੂਹ ਨਹੀਂ ਸਕਦੇ, ਆਪਾਂ ਨੂੰ ਦੇਖ ਨਹੀਂ ਸਕਦੇ, ਹੈ ਨਾ। ਜਸਟ ਆਪਣੀ ਇੱਕ ਅਜੰਪਸ਼ਨਸ ਨੇ, ਆਪਾਂ ਇੱਕ ਸੰਗਠਨ ਇਹ ਬਣਾਇਆ ਹੋਇਆ ਹੈ। ਸੋ ਦੂਜੀ ਆਪਸ਼ਨ 'ਚ ਕੀ ਹੈ? ਇੰਡੀਵਿਜੂਅਲਸ ਆਰ ਦਾ ਯੂਨਿਟਸ ਆਫ ਐਸੋਸੀਏਸ਼ਨ, ਠੀਕ ਹੈ। ਕੋਈ ਵੀ ਦੋ ਤੋਂ ਜ਼ਿਆਦਾ ਵਿਅਕਤੀ ਜਦੋਂ ਮਿਲ ਕੇ ਇੱਕ ਸੰਗਠਨ ਬਣਾਉਂਦੇ ਨੇ ਤਾਂ ਆਪਾਂ ਨੂੰ ਐਸੋਸੀਏਸ਼ਨ ਬੋਲਦੇ ਹਾਂ, ਹੈ ਨਾ। ਤੁਸੀਂ ਆਮ ਇਹ ਸ਼ਬਦ ਸੁਣਿਆ ਹੋਵੇਗਾ ਐਸੋਸੀਏਸ਼ਨ। ਤਾਂ ਉਹ ਇੱਕ ਵਿਅਕਤੀ ਦਾ ਐਸੋਸੀਏਸ਼ਨ ਬਣ ਨਹੀਂ ਸਕਦੇ, ਹੈ ਨਾ। ਇੱਕ ਤੋਂ ਜ਼ਿਆਦਾ ਵਿਅਕਤੀ ਬਣਨਗੇ, ਮਿਲਣਗੇ ਤਾਂ ਐਸੋਸੀਏਸ਼ਨ ਬਣੇਗੀ। ਤਾਂ ਆਪਾਂ ਕਹਾਂਗੇ ਜਿਹੜਾ ਇੱਕ ਵਿਅਕਤੀ ਆ ਉਹਦਾ ਯੂਨਿਟ ਹੋ ਗਿਆ। ਓਕੇ, ਇਸੇ ਤਰ੍ਹਾਂ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਹੁੰਦੇ ਨੇ ਯੂਨਿਟ ਆਫ ਸੋਸ਼ਲ ਸਟਰਕਚਰ। ਮਤਲਬ ਸਮਾਜਿਕ ਬਣਤਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇੰਸਟੀਟਿਊਸ਼ਨ ਹੁੰਦੇ ਨੇ। ਜਿਵੇਂ ਕਿਸੇ ਦਾ ਕੰਮ ਸਮਾਜਿਕ ਹੈ, ਕਿਸੇ ਦਾ ਕੰਮ ਮਨੁੱਖ ਦੀ ਭਲਾਈ ਕਰਨਾ ਗਾ, ਕਿਸੇ ਦਾ ਕੰਮ ਪੋਲੀਟੀਕਲ ਹੈ, ਕਿਸੇ ਦਾ ਕੰਮ ਫਾਈਨੈਂਸ਼ੀਅਲ ਹੈ, ਠੀਕ ਹੈ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਇੰਸਟੀਟਿਊਸ਼ਨ ਮਿਲ ਕੇ ਇੱਕ ਜਿਹੜੀ ਹੈਗੀ ਹੈ ਮਤਲਬ ਸੋਸ਼ਲ ਸਟਰਕਚਰ ਬਣਾਉਂਦੇ ਨੇ। ਤੀਸਰੀ ਆਪਸ਼ਨ ਆਪਣੀ ਹੈ ਸੋਸ਼ਲ ਸਟਰਕਚਰ ਇਜ਼ ਲਿਵਿੰਗ ਸਟਰਕਚਰ। ਮਤਲਬ ਇਹ ਲਿਵਿੰਗ ਸਟਰਕਚਰ ਹੈ, ਲਿਵਿੰਗ ਬਣਤਰ ਹੈ। ਵਿਚ ਇਜ਼ ਕ੍ਰੀਏਟਡ, ਮਤਲਬ ਆਪਾਂ ਇਸ ਨੂੰ ਕ੍ਰੀਏਟ ਕੀਤਾ ਹੈ, ਇਨਸਾਨ ਨੇ ਹੀ ਕ੍ਰੀਏਟ ਕੀਤਾ ਹੈ, ਠੀਕ ਹੈ। ਅਤੇ ਇਸ ਨੂੰ ਮੇਨਟੇਨ ਕਰਦੇ ਹਾਂ ਆਪਾਂ ਲੰਬੇ ਸਮੇਂ ਦੇ ਲਈ, ਅਤੇ ਇਸ ਦੇ ਵਿੱਚ ਚੇਂਜ ਯਾਨੀ ਕਿ ਬਦਲਾਵ ਵੀ ਆਉਂਦੇ ਰਹਿੰਦੇ ਨੇ। ਇਹ ਤਾਂ ਤੁਸੀਂ ਸਾਰੇ ਜਾਣੋਗੇ ਸਮੇਂ ਨਾਲ ਹਰ ਸੁਸਾਇਟੀ ਦੇ ਵਿੱਚ ਬਦਲਾਵ ਜ਼ਰੂਰ ਆਉਂਦੇ ਨੇ। ਤਾਂ ਆਪਾਂ ਕਹਿ ਸਕਦੇ ਜਿਹੜੀ ਸੋਸ਼ਲ ਸਟਰਕਚਰ ਉਹ ਸਟੇਬਲ ਨਹੀਂ ਹੈਗੀ, ਉਹ ਲਿਵਿੰਗ ਹੈ, ਡਾਇਨਾਮਿਕ ਹੈ, ਉਹਦੇ 'ਚ ਬਦਲਾਵ ਆਉਣੇ ਵੀ ਜ਼ਰੂਰੀ ਨੇ ਅਤੇ ਆਉਂਦੇ ਵੀ ਨੇ। ਸੋ ਇਹ ਸਾਰੀਆਂ ਸਟੇਟਮੈਂਟ ਸਹੀ ਨੇ, ਤਾਂ ਆਨਸਰ ਆ ਗਿਆ ਆਲ ਆਫ ਦਾ ਸਟੇਟਮੈਂਟਸ ਆਰ ਕਰੈਕਟ। ਅਗਲਾ ਕੁਐਸਚਨ ਹੈ ਰਿਕੁਆਇਰਮੈਂਟ ਆਫ ਦਾ ਸੋਸਾਇਟੀਜ਼ ਐਨਰਜੀ ਡਿਵੋਟਡ ਟੂ ਦਾ ਪਰਪੀਚੂਏਟ ਸੋਸਾਇਟੀ ਆਰ ਕਾਲਡ। ਮਤਲਬ ਕਿਸੇ ਵੀ ਸੁਸਾਇਟੀ ਨੂੰ ਕੰਟੀਨਿਊ ਸਫਲਤਾਪੂਰਵਕ ਚਲਾਉਣ ਦੇ ਲਈ ਜੋ ਵੀ ਉਹਦੀ ਐਨਰਜੀ ਰਿਕੁਆਇਰਮੈਂਟ ਹੁੰਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਮਤਲਬ ਇਹੋ ਜਿਹੀ ਕਿਹੜੀ ਰਿਕੁਆਇਰਮੈਂਟ ਹੈ, ਠੀਕ ਹੈ। ਤਾਂ ਉਸਨੂੰ ਕਿਹਾ ਜਾਂਦਾ ਸੋਸ਼ਲ ਨੀਡਸ, ਸਮਾਜਿਕ ਜ਼ਰੂਰਤਾਂ, ਠੀਕ ਹੈ। ਸਮਾਜਿਕ ਜ਼ਰੂਰਤਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਜੇ ਆਪਾਂ ਪੂਰਾ ਕਰਦੇ ਰਹਾਂਗੇ ਤਾਂ ਸਮਾਜ ਜਿਹੜਾ ਹੈਗਾ ਚੱਲਦਾ ਰਹੇਗਾ। ਇਸੇ ਤਰ੍ਹਾਂ ਹੈ ਪ੍ਰਸ਼ਨ ਨੰਬਰ 5, ਸੋਸ਼ਲ ਗਰੁੱਪਸ, ਇੰਡਸਟਰੀਅਲ ਗਰੁੱਪਸ ਐਂਡ ਪੋਲੀਟੀਕਲ ਗਰੁੱਪਸ ਆਰ ਦਾ ਐਗਜ਼ਾਮਪਲਸ ਆਫ। ਤਾਂ ਸੋਸ਼ਲ ਗਰੁੱਪ ਹੋ ਗਿਆ ਆਪਣਾ ਸਮਾਜਿਕ ਸਮੂਹ, ਠੀਕ ਹੈ। ਗਰੁੱਪ ਮਤਲਬ ਸਮੂਹ ਕਹਿ ਦਿੰਦੇ ਹਾਂ। ਇੰਡਸਟਰੀਅਲ ਜਿਹੜੇ ਉਦਯੋਗ ਲਗਾ ਕੇ ਬੈਠੇ ਲੋਕ, ਹੈ ਨਾ, ਤਾਂ ਉਹਨੂੰ ਬੋਲਦੇ ਆ ਉਦਯੋਗਿਕ ਸਮੂਹ। ਇਸੇ ਤਰ੍ਹਾਂ ਰਾਜਨੀਤਿਕ ਸਮੂਹ ਹੋ ਗਿਆ। ਤਾਂ ਇਹ ਕਾਹਦੀਆਂ ਐਗਜ਼ਾਮਪਲ ਨੇ? ਇਹ ਸੋਸ਼ਲ ਔਰਗੇਨਾਈਜੇਸ਼ਨ ਦੀਆਂ ਐਗਜ਼ਾਮਪਲ ਨੇ, ਠੀਕ ਹੈ। ਆਪਾਂ ਇਹਨੂੰ ਕੀ ਕਹਾਂਗੇ? ਸੋਸ਼ਲ ਔਰਗੇਨਾਈਜੇਸ਼ਨ। ਕਿਸੇ ਦੀ ਸੋਸ਼ਲ ਗਰੁੱਪ ਬਣਾਇਆ ਹੋਇਆ, ਸਮਾਜਿਕ ਔਰਗੇਨਾਈਜੇਸ਼ਨ ਹੈ, ਸਮਾਜਿਕ ਸੰਗਠਨ ਹੈ। ਕਿਸੇ ਦਾ ਇੰਡਸਟਰੀਅਲ ਸੰਗਠਨ ਹੈ ਜਾਣੀ ਕਿ ਉਦਯੋਗਿਕ ਹੈ, ਅਤੇ ਕਿਸੇ ਦਾ ਰਾਜਨੀਤਿਕ ਸੰਗਠਨ ਹੈ। ਤਾਂ ਇਹ ਸਾਰੇ ਸੰਗਠਨ ਮਿਲ ਕੇ ਹੀ ਇੱਕ ਸੋਸ਼ਲ ਸਟਰਕਚਰ ਬਣਦਾ ਹੈ। ਇਸ ਤੋਂ ਇਲਾਵਾ ਆਉਂਦਾ ਸੋਸ਼ਲ ਔਰਗੇਨਾਈਜੇਸ਼ਨ ਕੈਨ ਬੀ ਡਿਫਾਈਨਡ ਐਜ਼, ਕਿ ਇੱਕ ਸਮਾਜਿਕ ਸੰਗਠਨ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ? ਤਾਂ ਆਨਸਰ ਆਏਗਾ ਅਰੇਂਜਮੈਂਟ ਆਫ ਦਾ ਐਕਟੀਵਿਟੀਜ਼ ਆਫ 2 ਔਰ ਮੋਰ ਪਰਸਨਸ, ਠੀਕ ਹੈ। ਦੋ ਤੋਂ ਜ਼ਿਆਦਾ ਵਿਅਕਤੀਆਂ ਦੇ ਉਹਨਾਂ ਨੇ ਕੀ ਕੰਮ ਪਰਫੋਰਮ ਕਰਨਾ, ਕੀ ਐਕਟੀਵਿਟੀ ਕਰਨੀ ਹੈ, ਉਸ ਦੇ ਪ੍ਰਬੰਧਨ ਨੂੰ ਆਪਾਂ ਸੋਸ਼ਲ ਔਰਗੇਨਾਈਜੇਸ਼ਨ ਬੋਲਦੇ ਹਾਂ। ਜਿਵੇਂ ਮੰਨ ਲਓ ਇੱਕ ਕਾਲਜ ਹੈ ਤਾਂ ਉਹ ਇੱਕ ਔਰਗੇਨਾਈਜੇਸ਼ਨ ਹੋ ਗਈ ਨਾ, ਆਪਾਂ ਨੂੰ ਕਹਾਂਗੇ ਇੱਕ ਵਿਦਿਅਕ ਸੰਗਠਨ ਹੈ।
ਤਾਂ ਉਹਦੇ ਵਿੱਚ ਕਿਸੇ ਨੇ ਕੋਈ ਰੋਲ ਪਲੇ ਕਰਨਾ, ਕਿਸੇ ਨੇ ਕੋਈ ਰੋਲ ਪਲੇ ਕਰਨਾ, ਤਾਂ ਆਪਾਂ ਉਹਨੂੰ ਐਕਟੀਵਿਟੀਜ਼ ਦੇ ਦਿੱਤੇ ਸਾਰਿਆਂ ਨੂੰ, ਠੀਕ ਹੈ। ਤਾਂ ਉਹ ਐਕਟੀਵਿਟੀ ਦੇਣ ਨੂੰ ਹੀ ਆਪਾਂ ਕੀ ਬੋਲਦੇ ਹਾਂ, ਸੋਸ਼ਲ ਆਰਗੇਨਾਈਜੇਸ਼ਨ। Question number 7. Social values which are found almost in every society and are applicable to everybody are called। ਮਤਲਬ ਉਸ ਤਰ੍ਹਾਂ ਦੀਆਂ ਸੋਸ਼ਲ ਵੈਲਿਊਜ਼ ਜੋ ਵੀ ਸਮਾਜਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਹਰ ਸੁਸਾਇਟੀ ਦਾ ਪਾਰਟ ਹੁੰਦੀਆਂ ਨੇ ਅਤੇ ਹਰ ਸੁਸਾਇਟੀ ਦੇ ਹਰ ਵਿਅਕਤੀ ਦੇ ਉੱਪਰ ਉਹ ਲਾਗੂ ਹੁੰਦੀਆਂ ਨੇ, ਐਪਲੀਕੇਬਲ ਹੁੰਦੀਆਂ ਨੇ, ਤਾਂ ਉਹਨਾਂ ਵੈਲਿਊਜ਼ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹਨਾਂ ਕੀਮਤਾਂ ਨੂੰ ਕਿਹਾ ਜਾਂਦਾ ਹੈ ਯੂਨੀਵਰਸਟੈਲਿਟਿਕ ਵੈਲਿਊਜ਼। ਮਤਲਬ ਇਹ ਯੂਨੀਵਰਸਲ ਨੇ, ਮਤਲਬ ਸਾਰਿਆਂ ਦੇ ਉੱਪਰ ਅਪਲਾਈ ਹੁੰਦੀਆਂ ਨੇ ਅਤੇ ਹਰ ਸੁਸਾਇਟੀ ਦੇ ਉੱਪਰ, ਹਰ ਵਿਅਕਤੀ ਉੱਪਰ ਅਪਲਾਈ ਹੁੰਦੀਆਂ ਨੇ। ਕੁਐਸਚਨ ਨੰਬਰ 8। ਸੋਸ਼ਲ ਵੈਲਿਊਜ਼ ਵਿਚ ਆਰ ਦਾ ਫੀਚਰਸ ਆਫ ਪਰਟੀਕੂਲਰ ਸੋਸਾਇਟੀ ਐਂਡ ਦੀਜ਼ ਡਿਫਰ ਫਰੋਮ ਸੋਸਾਇਟੀ ਟੂ ਸੋਸਾਇਟੀ ਆਰ ਕਾਲਡ। ਮਤਲਬ ਉਹ ਵਾਲੀਆਂ ਕਦਰਾਂ ਕੀਮਤਾਂ, ਸਮਾਜਿਕ ਕੀਮਤਾਂ ਜੋ ਕਿਸੇ ਇੱਕ ਖਾਸ ਸੁਸਾਇਟੀ ਦਾ ਹਿੱਸਾ ਹੋ ਸਕਦੀਆਂ ਨੇ ਪਰ ਉਹ ਦੂਜੀ ਸੁਸਾਇਟੀ ਦਾ ਹਿੱਸਾ ਨਹੀਂ ਵੀ ਹੋ ਸਕਦੀਆਂ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉੱਤਰ ਆਏਗਾ ਪਾਰਟੀਕੂਲਰਿਸਟਿਕ ਵੈਲਿਊਜ਼। ਮਤਲਬ ਇਹ ਬਿਲਕੁਲ ਸਪੈਸੀਫਿਕ ਵੈਲਿਊ ਹੁੰਦੀਆਂ ਨੇ ਜੋ ਕਿਸੇ ਸੁਸਾਇਟੀ ਦਾ ਹਿੱਸਾ ਹੋ ਸਕਦੇ ਅਤੇ ਕਿਸੇ ਦਾ ਨਹੀਂ ਵੀ ਹੋ ਸਕਦੀਆਂ, ਠੀਕ ਹੈ। ਮਤਲਬ ਸੁਸਾਇਟੀ ਟੂ ਸੁਸਾਇਟੀ ਇਹਦੇ 'ਚ ਭਿੰਨਤਾਵਾਂ ਹੁੰਦੀਆਂ ਨੇ। ਕੁਐਸਚਨ ਨੰਬਰ 9। ਹੂ ਕੁਆਇੰਡ ਦਾ ਟਰਮ ਸੋਸ਼ੀਓਲੋਜੀ। ਟਰਮ ਸੋਸ਼ੀਓਲੋਜੀ ਕਿਸ ਨੇ ਦਿੱਤੀ? ਆਨਸਰ ਆਏਗਾ ਅਗਸਤੇ ਕੰਤੇ। ਕੁਐਸਚਨ ਨੰਬਰ 10। ਵਿਚ ਆਰ ਦਾ ਵਰਡਸ ਕੰਪੋਜ਼ਿੰਗ ਦਾ ਟਰਮ ਸੋਸ਼ੀਓਲੋਜੀ। ਮਤਲਬ ਕਿਹੜੇ ਦੋ ਸ਼ਬਦਾਂ ਦੇ ਸਮੂਹ ਨਾਲ ਟਰਮ ਸੋਸ਼ੀਓਲੋਜੀ ਬਣੀ ਹੈ? ਆਨਸਰ ਆਏਗਾ ਸੋਸ਼ੀਅਸ ਅਤੇ ਲੋਗਸ। ਲੋਗਸ ਦਾ ਮਤਲਬ ਸਟੱਡੀ ਹੁੰਦਾ ਹੈ, ਸੋਸ਼ਲ ਮਤਲਬ ਸਮਾਜ ਹੁੰਦਾ ਹੈ, ਤਾਂ ਸਮਾਜ ਦਾ ਅਧਿਐਨ ਕਰਨਾ। ਕੁਐਸਚਨ ਨੰਬਰ 11। ਵਿਚ ਇਜ਼ ਸੁਟੇਬਲ ਫੈਕਟਰ ਐਨਫੋਰਸ ਦਾ ਨੋਰਮਸ। ਕਿਸੇ ਸੁਸਾਇਟੀ ਦੇ ਵਿੱਚ ਜੋ ਨੋਰਮਸ ਬਣਾਏ ਜਾਂਦੇ ਨੇ, ਜੋ ਰੂਲ ਬਣਾਏ ਜਾਂਦੇ ਨੇ, ਉਹਨਾਂ ਨੂੰ ਐਨਫੋਰਸ ਕਰਨ ਦੇ ਲਈ ਯਾਨੀ ਕਿ ਲਾਗੂ ਕਰਨ ਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਸੁਟੇਬਲ ਕਾਰਕ ਹੈ, ਫੈਕਟਰ ਹੈ, ਉਹ ਕਿਹੜਾ ਹੁੰਦਾ ਹੈ? ਤਾਂ ਉਹਦਾ ਆਨਸਰ ਆਏਗਾ ਪੋਜ਼ੀਟਿਵ ਅਤੇ ਨੈਗੇਟਿਵ ਸੈਂਕਸ਼ਨ। ਤਾਂ ਇੱਥੇ ਪੋਜ਼ੀਟਿਵ ਅਤੇ ਨੈਗੇਟਿਵ ਸੈਂਕਸ਼ਨ ਤੋਂ ਕੀ ਭਾਵ ਹੈ? ਠੀਕ ਹੈ, ਮਤਲਬ ਜੇ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਤਾਂ ਆਪਾਂ ਉਸ ਨੂੰ ਰਿਵਾਰਡ ਦੇਣਾ, ਇਨਾਮ ਦੇਣਾ ਹੈ, ਤਾਂ ਇਹ ਹੋ ਗਿਆ ਪੋਜ਼ੀਟਿਵ ਸੈਂਕਸ਼ਨ। ਤਾਂ ਜੇ ਕਿਸੇ ਨੇ ਕੋਈ ਮਾੜਾ ਕੰਮ ਕੀਤਾ ਸੁਸਾਇਟੀ ਦੇ ਵਿੱਚ ਤਾਂ ਉਸਨੂੰ ਇੱਕ ਪਨਿਸ਼ਮੈਂਟ ਦੇਣੀ ਜਾਂ ਸਜ਼ਾ ਦੇਣੀ, ਤਾਂ ਉਹ ਹੋ ਗਿਆ ਨੈਗੇਟਿਵ ਸੈਂਕਸ਼ਨ। ਓਕੇ। ਪ੍ਰਸ਼ਨ ਨੰਬਰ 12। ਦ ਬ੍ਰਾਂਚ ਆਫ ਸੋਸ਼ੀਓਲੋਜੀ ਦੈਟ ਡੀਲ ਵਿਦ ਦ ਪ੍ਰੋਬਲਮਸ ਇਨ ਦ ਸੋਸਾਇਟੀ ਇਜ਼ ਕਾਲਡ। ਆਨਸਰ ਕ੍ਰਿਮੀਨੋਲੋਜੀ। ਕੁਐਸਚਨ ਨੰਬਰ 13। The rule or the standard that govern out the conduct in the social situation in which we participate is called। ਠੀਕ ਹੈ, ਮਤਲਬ ਜਦੋਂ ਵੀ ਆਪਾਂ ਕਿਸੇ ਸਮਾਜਿਕ ਸੰਗਠਨ ਦੇ ਵਿੱਚ ਭਾਗ ਲੈਂਦੇ ਹਾਂ, ਕੋਈ ਸਮੂਹ ਦੇ ਵਿੱਚ ਆਪਾਂ ਪਾਰਟੀਸਪੇਟ ਕਰਦੇ ਹਾਂ, ਤਾਂ ਉੱਥੇ ਜਿਹੜੇ ਆਪਾਂ ਮਤਲਬ ਐਥਿਕਸ ਵਰਤਨੇ ਹੁੰਦੇ ਨੇ ਵੀ ਆਪਾਂ ਤਾਂ ਕਿਵੇਂ ਬੋਲਣਾ, ਕਿਵੇਂ ਉੱਥੇ ਚਾਲ ਚੱਲਣ ਆਪਣਾ ਰੱਖਣਾ, ਕਿਵੇਂ ਗੱਲਬਾਤ ਕਰਨੀ ਹੈ, ਹੈ ਨਾ, ਆਪਣੇ ਆਪ ਦੀ ਗੱਲ ਨੂੰ ਕਿਵੇਂ ਰੱਖਣਾ, ਦੂਜੇ ਦੀ ਗੱਲ ਨੂੰ ਕਿਵੇਂ ਸੁਣਨਾ, ਕੁਛ ਐਟੀਕੇਟਸ ਹੁੰਦੇ ਨੇ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ? ਤਾਂ ਆਨਸਰ ਆਊਗਾ ਨੋਰਮਸ। ਹਰ ਸੁਸਾਇਟੀ ਦੇ ਹਰ ਕੰਮ ਦੇ ਇੱਕ ਨੋਰਮਸ ਹੁੰਦੇ ਨੇ ਜਿਹਨਾਂ ਨੂੰ ਫੋਲੋ ਕਰਨਾ ਸੁਸਾਇਟੀ ਦੇ ਲਈ ਬੜਾ ਜ਼ਰੂਰੀ ਹੁੰਦਾ ਹੈ। ਕੁਐਸਚਨ ਨੰਬਰ 14। ਮੈਜ਼ਰ ਆਫ ਦਾ ਗੁੱਡਨੈਸ ਐਂਡ ਡਿਜ਼ਾਇਰੇਬਿਲਿਟੀ ਇਜ਼ ਕਾਲਡ। ਕਿਸੇ ਸੁਸਾਇਟੀ ਦੇ ਵਿੱਚ ਗੁੱਡਨੈਸ ਨੂੰ ਮੈਜ਼ਰ ਕਰਨ ਦੇ ਲਈ ਕਿਹੜਾ ਮੇਨ ਫੈਕਟਰ ਹੈ, ਕੀ ਕਿਹਾ ਜਾਂਦਾ ਉਸਨੂੰ? ਤਾਂ ਉਸਨੂੰ ਕਿਹਾ ਜਾਂਦਾ ਕਨਫੋਰਮਿਟੀ। ਠੀਕ ਹੈ, CONFORMITY, ਕਨਫੋਰਮਿਟੀ। ਕੁਐਸਚਨ ਨੰਬਰ 15। ਹੂ ਡਿਸਕ੍ਰਾਈਬਡ ਸੁਸਾਇਟੀ ਐਜ਼ ਦਾ ਵੈਬ ਆਫ ਸੋਸ਼ਲ ਰਿਲੇਸ਼ਨਸ਼ਿਪ। ਕਿਸ ਨੇ ਇਹ ਵਿਆਖਿਆ ਕੀਤੀ ਜਾਂ ਡਿਫਾਈਨ ਕੀਤਾ ਕਿ ਜੋ ਸਮਾਜ ਹੈ, ਸੁਸਾਇਟੀ ਹੈ, ਉਹ ਇੱਕ ਦੂਸਰੇ ਦੇ ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਹੈ, ਯਾਨੀ ਕਿ ਵੈਬ ਹੈ। ਵੈਬ ਮਤਲਬ ਇੱਕ ਤਰ੍ਹਾਂ ਦਾ ਜਾਲ ਹੁੰਦਾ ਗਾ ਜਿਸ 'ਚ ਸਾਰੇ ਆਪਾਂ ਇੰਟਰਕਨੈਕਟਡ ਹੁੰਦੇ ਇੱਕ ਦੂਜੇ ਨਾਲ। ਠੀਕ ਹੈ, ਅਤੇ ਇਹਦਾ ਆਨਸਰ ਆਏਗਾ ਮੈਸੀਵਰ, MACIVER। ਓਕੇ। ਕੁਐਸਚਨ ਨੰਬਰ 16। ਲੋ ਇੰਟੀਗ੍ਰੇਸ਼ਨ ਇਨ ਦਾ ਸੁਸਾਇਟੀ ਇਜ਼ ਕਾਲਡ। ਜਦੋਂ ਕਿਸੇ ਸੁਸਾਇਟੀ ਦੇ ਵਿੱਚ ਕਿਸੇ ਵਿਅਕਤੀ ਦੁਆਰਾ ਨੋਰਮਸ ਮੰਨੇ ਨਹੀਂ ਜਾਂਦੇ, ਹੈ ਨਾ, ਮਤਲਬ ਉਹ ਸੁਸਾਇਟੀ ਨਾਲ ਇੰਟੀਗ੍ਰੇਸ਼ਨ 'ਚ ਨਹੀਂ ਰਹਿੰਦਾ, ਮਿਲ ਕੇ ਨਹੀਂ ਰਹਿੰਦਾ, ਉਹ ਅਲੱਗ ਰਹਿਣਾ ਚਾਹੁੰਦਾ ਹੈਗਾ, ਤਾਂ ਉਸ ਨੂੰ ਕੀ ਕਿਹਾ ਜਾਂਦਾ? ਅਤੇ ਉਸ ਨੂੰ ਕਹਿੰਦੇ ਨੇ ਈਗੋਸਟਿਕ ਸੁਸਾਇਡ। ਠੀਕ ਹੈ, ਮਤਲਬ ਇੱਕ ਤਰ੍ਹਾਂ ਦਾ ਬੰਦੇ 'ਚ ਈਗੋ ਹੈਗੀ ਅਤੇ ਉਹ ਸੁਸਾਇਟੀ ਦੇ ਨੋਰਮਸ ਨੂੰ ਨਹੀਂ ਮੰਨਣਾ ਚਾਹੁੰਦਾ। ਕੁਐਸਚਨ ਨੰਬਰ 17। ਲੈਕ ਆਫ ਸੋਸ਼ਲ ਰੈਗੂਲੇਸ਼ਨ ਇਜ਼ ਕਾਲਡ। ਮਤਲਬ ਜਿੱਥੇ ਸੁਸਾਇਟੀ 'ਚ ਰੈਗੂਲੇਸ਼ਨ ਹੈ ਹੀ ਨਹੀਂ, ਨਿਯੰਤਰਣ ਹੈ ਹੀ ਨਹੀਂ, ਤਾਂ ਉਸ ਨੂੰ ਕੀ ਕਹਾਂਗੇ? ਉਸ ਨੂੰ ਬੋਲਦੇ ਨੇ ਅਨੋਮਿਕ ਸੁਸਾਇਡ, ANOMIC, ਅਨੋਮਿਕ ਸੁਸਾਇਡ। ਨੈਕਸਟ ਹੈ ਕੁਐਸਚਨ ਨੰਬਰ 18। ਓਵਰ ਇੰਟੈਗ੍ਰੇਸ਼ਨ ਦੈਟ ਇਜ਼ ਸੋਸ਼ਲ ਬੌਂਡਸ ਆਰ ਟੂ ਸਟਰੋਂਗ ਇਜ਼ ਨੋਨ ਐਜ਼। ਮਤਲਬ ਕਿਸੇ ਸਮਾਜ ਦੇ ਵਿੱਚ ਕਿਸੇ ਵਿਅਕਤੀ ਦੇ ਲਈ ਸੁਸਾਇਟੀ ਜਿਹੜੀ ਹੈ ਪ੍ਰਾਥਮਿਕਤਾ ਹੋ ਜਾਂਦੀ ਹੈ ਨਾ, ਮਤਲਬ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਲਈ ਸੈਲਫ ਜਾਂ ਆਪਦੀ ਫੈਮਿਲੀ ਇੰਨੀ ਇੰਪੋਰਟੈਂਟ, ਇੰਨੀ ਮਹੱਤਵਪੂਰਨ ਨਹੀਂ ਹੁੰਦੀ ਜਿੰਨਾ ਸੁਸਾਇਟੀ ਮਹੱਤਵਪੂਰਨ ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ ਬਿਹੇਵੀਅਰ ਨੂੰ ਆਪਾਂ ਕੀ ਕਹਿੰਦੇ ਹਾਂ? ਅਲਟਰਿਸਟਿਕ ਸੁਸਾਇਡ। ਅਲਟਰਿਸਟਿਕ ਦਾ ਮਤਲਬ ਹੁੰਦਾ ਕਿਸੇ ਦੀ
ਆਪਣੇ ਕੰਮ ਛੱਡ ਕਿਸੇ ਦੂਸਰੇ ਦੀ ਸੇਵਾ ਕਰਨੀ, ਠੀਕ ਹੈ, ਜੋ ਕੋਈ ਸੇਵਾ ਭਾਵਨਾ ਕੋਈ ਕੰਮ ਕਰਨਾ ਤਾਂ ਉਸਨੂੰ ਬੋਲਿਆ ਜਾਂਦਾ ਹੈ ਅਲਟਰਿਸਟਿਕ ਸੁਸਾਈਡ। ਓਕੇ, ਕੁਐਸਚਨ ਨੰਬਰ 19, ਇਫ ਇੰਡੀਵਿਜੂਅਲ ਇਜ਼ ਓਵਰ ਰੈਗੂਲੇਟਡ ਬਾਈ ਦਾ ਸੁਸਾਇਟੀ, ਤਾਂ ਕੁਝ ਇਸ ਤਰ੍ਹਾਂ ਵੀ ਹੋ ਸਕਦਾ ਕਿ ਸੁਸਾਇਟੀ ਉਸਨੂੰ ਦੱਬ ਰਹੀ ਹੈ, ਕਿਸੇ ਵਿਅਕਤੀ ਨੂੰ, ਠੀਕ ਹੈ, ਉਸਦੇ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਮਤਲਬ ਰੂਲ ਧੱਕੇ ਨਾਲ ਫੋਲੋ ਕਰਨੇ ਪੈ ਰਹੇ ਨੇ, ਤਾਂ ਉਸਨੂੰ ਕੀ ਕਿਹਾ ਜਾਂਦਾ, ਉਸਨੂੰ ਕਿਹਾ ਜਾਂਦਾ ਫੈਟਲਿਸਟਿਕ ਸੁਸਾਈਡ। ਫੈਟਲਿਸਟ ਬੇਸਿਕਲੀ ਫੇਟ ਦਾ ਮਤਲਬ ਕਿਸਮਤ ਵੀ ਹੁੰਦਾ, ਫੇਟ ਦਾ ਮਤਲਬ ਫੇਟਲ ਵੀ ਹੋ ਸਕਦਾ ਇੱਥੇ ਨਾ, ਫੇਟਲ ਦਾ ਮਤਲਬ ਹੁੰਦਾ ਮਾਰਨਾ ਕਿਸੇ ਨੂੰ, ਮਤਲਬ ਸੁਸਾਈਡਲ ਟੈਂਡੈਂਸੀਜ਼ ਕਿਸੇ 'ਚ ਪੈਦਾ ਕਰ ਦੇਣੀ ਹੈ ਨਾ, ਤਾਂ ਉਹਨੂੰ ਬੋਲਦੇ ਨੇ ਫੈਟਲਿਸਟਿਕ ਸੁਸਾਈਡ। ਕੁਐਸਚਨ ਨੰਬਰ 20, ਸੋਸ਼ਲ ਨੋਰਮਸ ਕੈਨ ਚੇਂਜ ਅਕੋਰਡਿੰਗ ਟੂ, ਸੋਸ਼ਲ ਨੋਰਮ ਜਿਹੜੇ ਹੈਗੇ ਨੇ ਉਹ ਕਿਸ ਦੇ ਕਾਰਨ ਬਦਲ ਸਕਦੇ ਨੇ। ਪਹਿਲਾ ਹੈਗਾ ਸਿਚੁਏਸ਼ਨ ਦੇ ਅਕੋਰਡਿੰਗਲੀ, ਹਾਲਾਤਾਂ ਦੇ ਅਕੋਰਡਿੰਗਲੀ। ਦੂਜਾ ਹੈ ਇਨਵਾਇਰਮੈਂਟ ਯਾਨੀ ਕਿ ਵਾਤਾਵਰਨ ਦੇ ਅਕੋਰਡਿੰਗਲੀ। ਤੀਸਰਾ ਹੈ ਕਲਚਰ ਯਾਨੀ ਕਿ ਆਪਣੇ ਸੱਭਿਅਤਾ ਦੇ ਅਕੋਰਡਿੰਗਲੀ। ਤਾਂ ਆਨਸਰ ਹੈਗਾ ਆਲ ਆਫ ਦੀਜ਼। ਮਤਲਬ ਜਿਹੜੇ ਸੋਸ਼ਲ ਨੋਰਮਸ ਹੁੰਦੇ ਨੇ ਉਹ ਇਹਨਾਂ ਹਾਲਾਤਾਂ ਦੇ ਵਿੱਚ, ਸਿਚੁਏਸ਼ਨ ਦੇ ਦੌਰਾਨ ਜਾਂ ਕਿਸੇ ਸਪੈਸੀਫਿਕ ਇਨਵਾਇਰਮੈਂਟ ਦੇ ਦੌਰਾਨ ਜਾਂ ਸਪੈਸੀਫਿਕ ਕਲਚਰ ਦੇ ਦੌਰਾਨ ਬਦਲ ਸਕਦੇ ਨੇ। ਸੋ ਇਹ ਸਨ ਬਹੁਤ ਹੀ ਮਹੱਤਵਪੂਰਨ 20 ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਰਿਲੇਟਡ ਟੂ ਦਾ ਟੋਪਿਕ ਆਫ ਸੋਸ਼ੀਓਲੋਜੀ। ਸੋ ਅਗਰ ਤੁਸੀਂ ਪੂਰਾ ਕੋਰਸ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਸਿਰਫ 500 ਰੁਪਏ ਦੀ ਫੀਸ ਹੈ, ਜੋ ਤੁਸੀਂ ਗੂਗਲ ਪੇ 9876371788 'ਤੇ ਪੇ ਕਰਕੇ ਸਕਰੀਨਸ਼ਾਟ ਸ਼ੇਅਰ ਕਰਕੇ ਖਰੀਦ ਸਕਦੇ ਹੋ, ਠੀਕ ਹੈ। ਸਾਰੇ ਟੌਪਿਕਸ ਦੇ ਜਿਹੜੇ PDF ਨੇ ਤੁਹਾਨੂੰ ਉਹ ਮਿਲ ਜਾਣਗੇ, ਅਤੇ ਵੀਡੀਓ ਸਾਰੇ ਟੌਪਿਕਸ 'ਤੇ ਪੋਸੀਬਲ ਨਹੀਂ ਹੈਗੇ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜਲਦੀ ਜਲਦੀ ਬਣਾਏ ਜਾਣ। ਸੋ ਥੈਂਕ ਯੂ, ਥੈਂਕਸ ਫॉर ਵਾਚਿੰਗ।